ਤੇਰੇ ਰੇਤ ਹੋਏ ਦਰਿਆਵਾਂ ਵਿੱਚ ਨਾ ਡੁੱਬ ਹੋਵੇ ਨਾ ਤਰ ਹੋਵੇ, ਤੇਰੀ ਮਿੱਟੀ ਹੋਈ ਮਤਰੇਈ ਦਾ ਨਾ ਦੋਸ਼ ਕਿਸੇ ਸਿਰ ਧਰ ਹੋਵੇ। ਹੱਥਾਂ ਤੇ ਕੰਡੇ ਉੱਗਿਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ ਐ, ਹੁਣ ਬੰਦਿਆਂ ਅਤੇ ਦਰਖਤਾਂ ਵਿੱਚ ਕੋਈ ਭੇਤ ਨਾ ਸਾਥੋਂ ਕਰ ਹੋਵੇ। ਹਰ ਬੂਹਿਓਂ ਚਿਪਰਾਂ ਲੱਥੀਆਂ ਨੇ, ਉਕਰੇ ਨੇ ਜ਼ਖਮ ਹਵਾਵਾਂ ਨੇ, ਜਿਹਦੀ ਸਰਦਲ ਨਹੀਂ ਤੋਂ ਆਂਖ ਹੋਈ ਕੋਈ ਇੱਕ ਤਾਂ ਐਸਾ ਦਰ ਹੋਵੇ, ਜਿਹਦੀ ਸਰਦਲ ਨਹੀਂ ਤੋਂ ਆਂਖ ਹੋਈ ਕੋਈ ਇੱਕ ਤਾਂ ਐਸਾ ਦਰ ਹੋਵੇ। ਬਲਬੀਰ ਆਤਿਸ਼ ਹੁਣਾਂ ਦੀਆਂ ਲਿਖੀਆਂ ਇਹਨਾਂ ਸਤਰਾਂ ਦੇ ਨਾਲ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਆਪ ਸਭ ਦਾ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਪਿਛਲੇ ਹਫ਼ਤੇ ਦੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਨਵਾਂ ਨਕੋਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਗੱਲਾਂ ਬਾਤਾਂ, ਕੁਝ ਗੀਤ ਆਪ ਦੀ ਨਜ਼ਰ ਕਰਾਂਗੇ ਅਤੇ ਨਾਲ ਦੀ ਨਾਲ ਹੀ ਸਾਡੇ ਸਪੋਂਸਰ ਡਾਕਟਰ ਜਤਿੰਦਰ ਸਿੰਘ ਪ੍ਰਹਾਰ ਹੋਣੀ ਆਪਣੇ ਡੈਂਟਲ ਹੈਲਥ ਟਿਪਸ ਲੈ ਕੇ ਹਾਜ਼ਰ ਹੋਣਗੇ। ਕੁਝ ਸਮਾਂ ਪਹਿਲਾਂ ਕੀਤੀ ਹੋਈ ਅਮਰਜੀਤ ਸੋਹੀ ਹੁਣਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਆਓ ਆਗਾਜ਼ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਇਸ ਗੀਤ ਦੇ ਨਾਲ। ਸਜਦੀ ਕਾਠੀਆਂ ਦੇ ਨਾਲ ਕਾਠੀ 1.5 ਤੇ 1000, ਮੈਂ ਬਲਿਹਾਰੀ ਵੇ ਮਾਂਜਿਆ ਸੁਰਜਣਾ ਸੁਰਜਣਾ, ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਝੂਟ ਨਿਗਾਰਿਆਂ ਦੇ ਨਾਲ ਵੱਜਦੇ ਵਾਜਿਆਂ ਦੇ ਨਾਲ, ਘਰ ਵੇ ਨਵਾਬਾਂ ਦੇ ਤੁਸਾਂ ਟੁਕਣਾ ਟੁਕਣਾ, ਮੋਰਾਂ ਵਾਲੀ ਤੇਰੀ ਚਾਲ ਤੀ ਸ਼ਾਹੂਕਾਰ ਦੀ ਵਿਆਹ ਲਿਆਇਓ, ਵਿੱਚ ਸਰਦਾਰਾਂ ਦੇ। Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰੀਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਅਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780 233 3100 233 3100। ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. Thank you, Kapil sahab. ਤੁਸੀਂ ਤੇ ਕਮਾਲ ਕਰਦੇ ਹੋ। Thank you. Thank you very much. You're one of the best accountants I ever found. KP Accounting and Tax Services ਦਾ ਪਤਾ ਹੈ 9218 34th Avenue ਤੇ ਫੋਨ ਨੰਬਰ 7804692677। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟਿਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। Welcome to Parhar Dental Group. Parhar Dental Group is a general dentist clinic that is located on both the north and south sides of Edmonton. We provide services such as wisdom teeth extraction, teeth whitening,
braces, dentures, and implants. We are open 7 days a week and on evenings as well. At Pahart Dental Group, we would love to make your smile the best it can be. सुनो 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 एडमिंटन तो दिल्ली जाਣ ਵਾਲਿਆਂ ਲਈ ਮਿਲਵੁੱਡ ਟਰੈਵਲ ਵੱਲੋਂ ਧਮਾਕੇਦਾਰ ਆਫਰ ਜੇ ਤੁਸੀਂ ਦਿੱਲੀ ਜਾ ਰਹੇ ਹੋ ਤਾਂ ਅੱਜ ਹੀ ਮਿਲਵੁੱਡ ਟਰੈਵਲ ਵਾਲਿਆਂ ਨੂੰ 780 244 3222 ਤੇ ਫੋਨ ਲਾਓ ਔਰ ਆਪਣੀਆਂ ਲੋਐਸਟ ਪ੍ਰਾਈਸ ਟਿਕਟ ਬੁੱਕ ਕਰਾਓ ਗਾਰੰਟੀਡ ਲੋਐਸਟ ਪ੍ਰਾਈਸ ਪਰ ਇਹ ਆਫਰ ਸੀਮਿਤ ਸਮੇਂ ਲਈ ਹੈ ਹਫਤੇ ਦੇ 7 ਦਿਨ ਖੁੱਲੇ ਹਨ ਤੇ ਇਹਨਾਂ ਕੋਲ 24 ਘੰਟੇ ਸਪੈਸ਼ਲ ਸਰਵਿਸਿਜ਼ ਐਮਰਜੈਂਸੀ ਟਿਕਟਸ ਲਈ ਦੇਰ ਨਾ ਕਰੋ ਤੇ ਫੋਨ ਕਰੋ ਮਿਲਵੁੱਡ ਟਰੈਵਲ 78024432 ਤੇ ਦੋਸਤੋ ਜਿਵੇਂ ਮੈਂ ਦੱਸਿਆ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਕਿ ਡਾਕਟਰ ਪ੍ਰਹਾਰ ਹੋਣੀ ਜਿਹੜੇ ਲੰਮੇ ਸਮੇਂ ਤੋਂ ਸਾਡੇ ਸਪਾਂਸਰ ਨੇ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣ ਲਈ ਸਾਡੀ ਸਹਾਇਤਾ ਕਰਦੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਡੈਂਟਲ ਹੈਲਥ ਟਿਪਸ ਲੈ ਕੇ ਹਾਜ਼ਰ ਨੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੈਲਕਮ ਕਰਦਾ ਤੇ ਵਤਨ ਟੀਵੀ ਦਾ ਮੈਂ ਬਹੁਤ ਥੈਂਕ ਯੂ ਕਰਦਾ ਕਿਉਂਕਿ ਤੁਸੀਂ ਮੈਂ ਦੇਖਿਆ ਕਮਿਊਨਿਟੀ ਦੀ ਪਿਛਲੇ 20 ਸਾਲ ਤੋਂ ਬੜੇ ਉੱਭਰ ਕੇ ਬੜੇ ਹਿੰਮਤ ਦੇ ਨਾਲ ਸੇਵਾ ਕਰ ਰਹੇ ਹੋ ਔਰ ਜਿਹੜਾ ਇਹ ਕਾਈਂਡ ਆਫ ਵਲੰਟੀਅਰ ਕੰਮ ਜਿਹੜਾ ਕਰ ਰਹੇ ਹੋ ਤੁਸੀਂ ਇਹ ਬੜੇ ਸ਼ਲਾਘਾਯੋਗ ਹੈ ਔਰ ਤੁਸੀਂ ਪੂਰੇ ਵਧਾਈ ਦੇ ਪਾਤਰ ਹੋ ਇਸ ਲਈ ਸੋ ਅਗੇਨ ਮੈਂ ਥੈਂਕ ਯੂ ਤੁਹਾਡਾ ਵਤਨ ਟੀਵੀ ਦਾ ਕਰਦਾ ਕਿ ਤੁਸੀਂ ਆਪਣੇ ਐਡਮਿੰਟਨ ਦੇ ਜਿਹੜੇ ਸਾਡੇ ਦਰਸ਼ਕ ਹੈਗੇ ਉਹਨਾਂ ਵਾਸਤੇ ਵੱਖਰੇ ਟੌਪਿਕਾਂ 'ਤੇ ਮਟੀਰੀਅਲ ਲੈ ਕੇ ਆਉਂਦੇ ਹੋ ਉਹਨਾਂ ਦੀ ਜਿਹੜੀ ਹੈਗੀ ਆ ਟੌਪਿਕਾਂ ਬਾਰੇ ਡਿਸਕਸ਼ਨ ਕਰਦੇ ਹੋ ਉਹ ਲੋਕਾਂ ਦੀ ਨੌਲੇਜ ਵਾਸਤੇ ਵੱਖਰੇ ਫੀਲਡਸ ਦੇ ਐਕਸਪਰਟਸ ਨੂੰ ਲੈ ਕੇ ਆਉਂਦੇ ਹੋ ਸੋ ਤੁਹਾਡਾ ਬਹੁਤ ਥੈਂਕ ਯੂ ਸਾਰੇ ਦਰਸ਼ਕਾਂ ਵਾਸਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਅੱਜ ਮਦਰਸ ਡੇ 'ਤੇ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਨੇ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੀਆਂ ਵਰਲਡ ਦੀਆਂ ਮਦਰਸ ਨੂੰ ਹੈਪੀ ਮਦਰਸ ਡੇ ਕਹਿੰਦਾ ਹਾਂ ਮੈਂ 2 ਲਾਈਨਾਂ ਲਿਖੀਆਂ ਅੱਜ ਮਦਰਸ ਵਾਸਤੇ ਜਿਨ੍ਹਾਂ ਕਰਕੇ ਅਸੀਂ ਇਹ ਦੁਨੀਆ ਦੇਖ ਰਹੇ ਹਾਂ ਦੁਨੀਆ ਨੂੰ ਇੰਜੋਏ ਕਰ ਰਹੇ ਹਾਂ ਉਹ ਇੱਦਾਂ ਨੇ ਦੁਨੀਆ ਦੇਖੀ ਜਿਹਦੇ ਕਰਕੇ ਜਿਹਨੂੰ ਵੇਖ ਕੇ ਦਿਲ ਇਹ ਧੜਕੇ ਦੁਨੀਆ ਦੇਖੀ ਜਿਹਦੇ ਕਰਕੇ ਜਿਹਨੂੰ ਵੇਖ ਕੇ ਦਿਲ ਇਹ ਧੜਕੇ ਤੱਤੀ ਵਾਹ ਕਦੇ ਲੱਗਣ ਦਈ ਨਾ ਤੱਤੀ ਵਾਹ ਕਦੇ ਲੱਗਣ ਦਈ ਨਾ ਛੱਲਾਂ ਠੰਡੀਆਂ ਛਾਵਾਂ ਨੂੰ ਲੰਬੀਆਂ ਉਮਰਾਂ ਦਈਓ ਰੱਬਾ ਲੰਬੀਆਂ ਉਮਰਾਂ ਦਈਓ ਰੱਬਾ ਸਾਰੇ ਜਗ ਦੀਆਂ ਮਾਵਾਂ ਨੂੰ ਹੱਸਦਾ ਵਸਦਾ ਰੱਖੀ ਹੋਏ ਰੱਬਾ ਸਾਰੇ ਜਗ ਦੀਆਂ ਮਾਵਾਂ ਨੂੰ ਹੱਸਦਾ ਵਸਦਾ ਰੱਖੀ ਹੋਏ ਰੱਬਾ ਸਾਰੇ ਜਗ ਦੀਆਂ ਮਾਵਾਂ ਨੂੰ ਸਭ ਤੋਂ ਪਹਿਲਾਂ ਅਸੀਂ ਡਿਸਕਸ਼ਨ ਕਰਾਂਗੇ ਅੱਜ ਬ੍ਰੇਸਿਸ ਬਾਰੇ ਕਿ ਬ੍ਰੇਸਿਸ ਕੀ ਹੁੰਦੇ ਆ ਕਦੋਂ ਲਾਉਣੇ ਚਾਹੀਦੇ ਇਹ ਔਰ ਕਿੰਨੇ ਤਰ੍ਹਾਂ ਦੇ ਬ੍ਰੇਸਿਸ ਹੁੰਦੇ ਆ ਸੋ ਬ੍ਰੇਸਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਹੈ ਵੀ ਬੱਚੇ ਦੀ ਏਜ ਕਿੰਨੀ ਹੈਗੀ ਆ ਬੱਚੇ ਦੇ ਦੰਦ ਜਿਹੜੇ ਹੈਗੇ ਆ ਉਹ ਪਰਮਾਨੈਂਟ ਜਿਹੜੇ ਦੁੱਧ ਵਾਲੇ ਦੰਦ ਡਿੱਗ ਕੇ ਪੱਕੇ ਆ ਗਏ ਕਿ ਨਹੀਂ ਆ ਗਏ ਆ ਬੱਚੇ ਦੇ ਜੌ ਦਾ ਗਰੋਥ ਜਿਹੜਾ ਜਵਾੜੇ ਦਾ ਗਰੋਥ ਹੈ ਉਹ ਕਿੱਦਾਂ ਹੋ ਰਿਹਾ ਹੈ ਇਹ ਸਾਰੇ ਫੈਕਟਰ ਦੇਖ ਕੇ ਅਸੀਂ ਡਿਸਾਈਡ ਕਰਦੇ ਹਾਂ ਵੀ ਬ੍ਰੇਸਿਸ ਬੱਚੇ ਨੂੰ ਹੁਣ ਪੈਣੇ ਚਾਹੀਦੇ ਆ ਜਾਂ ਕੁਝ ਸਾਲ ਬਾਅਦ ਪੈਣੇ ਚਾਹੀਦੇ ਜਾਂ 6 ਮਹੀਨਿਆਂ ਬਾਅਦ ਪੈਣੇ ਚਾਹੀਦੇ ਆ ਔਰ ਬ੍ਰੇਸਿਸ ਦੇ ਵਿੱਚ ਆਪਾਂ ਨੇ ਕਈ ਤਰ੍ਹਾਂ ਦੇ ਬ੍ਰੇਸਿਸ ਸੁਣੇ ਹੋਣੇ ਜਿੱਦਾਂ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਇਨਵਿਜ਼ਲਾਈਨ ਕਲੀਅਰ ਬ੍ਰੇਸਿਸ ਜਿਹੜੇ ਹੁੰਦੇ ਆ ਜਿਹੜੇ ਕਿ ਮੂੰਹ ਦੇ ਵਿੱਚ ਲੱਗੇ ਉਹ ਦਿਸਦੇ ਨਹੀਂ ਹੈਗੇ ਆ ਉਹ ਪੈ ਸਕਦੇ ਆ ਦੂਸਰੇ ਰੈਗੂਲਰ ਬ੍ਰੇਸਿਸ ਜਿਹੜੇ ਤਾਰਾਂ ਹੁੰਦੀਆਂ ਆ ਡਿਫਰੈਂਟ ਕਲਰਸ ਦੀਆਂ ਬੱਚੇ ਲਾਈਕ ਕਰਦੇ ਅੱਜ ਕੱਲ੍ਹ ਪਸੰਦ ਕਰਦੇ ਆ ਵੀ ਕਦੀ ਰੈੱਡ ਕਲਰ ਦੀਆਂ ਪਾਤੀਆਂ ਕਦੀ ਬਰਾਊਨ ਕਲਰ ਦੇ ਚੇਂਜ ਐਵਰੀ 2 ਮੰਥਸ ਅਸੀਂ ਉਹਨੂੰ ਚੇਂਜ ਕਰੀਦਾ ਉਹ ਵੀ ਬ੍ਰੇਸਿਸ ਹੁੰਦੇ ਆ ਇੱਕ ਲਿੰਗੁਅਲ ਬ੍ਰੇਸਿਸ ਅੱਜ ਕੱਲ੍ਹ ਨਵੇਂ ਆਏ ਆ ਜਿਹੜੇ ਦੰਦਾਂ ਦੇ ਅੰਦਰਲੇ ਪਾਸੇ ਲੱਗ ਜਾਂਦੇ ਆ ਔਰ ਬਿਲਕੁਲ ਦਿਸਦੇ ਨਹੀਂ ਹੈਗੇ ਉਹ ਬ੍ਰੇਸਿਸ ਸੋ ਉਹ ਵੀ ਆਪਸ਼ਨ ਹੈਗਾ ਹੈ ਅਗੇਨ ਇਹ ਜਿਹੜੇ ਬ੍ਰੇਸਿਸ ਹੈਗੇ ਆ ਇਹਨਾਂ ਦੀ ਆਮ ਤੌਰ 'ਤੇ ਜਿਹੜੀ ਸਹੀ ਏਜ ਹੁੰਦੀ ਆ ਉਹਦੀ 12 ਤੋਂ ਲੈ ਕੇ ਅਬਾਊਟ 16 ਸਾਲ ਜਿਹੜੇ ਆ ਨਾ ਇਹ ਆਈਡੀਅਲ ਏਜ ਹੈ ਜਿੱਥੇ ਬ੍ਰੇਸਿਸ ਬੱਚੇ ਦੇ ਪੈਣੇ ਚਾਹੀਦੇ ਆ ਆਪਾਂ ਇਹ ਕੋਸ਼ਿਸ਼ ਕਰਨੀ ਹੈ ਬੱਚੇ ਨੂੰ ਵੀ ਬ੍ਰੇਸਿਸ ਤੋਂ ਬਚਾਉਣ ਲਈ ਆਪਾਂ ਪਹਿਲਾਂ ਕੋਸ਼ਿਸ਼ ਕਰਨੀ ਆ ਔਰ ਉਹਦੇ ਵਿੱਚ ਇਹ ਹੈ ਵੀ ਆਪਾਂ ਬੱਚੇ ਨੂੰ ਹਾਰਡ ਡਾਈਟ ਜਿਹੜੀ ਹੈਗੀ ਆ ਸਖਤ ਚੀਜ਼ਾਂ ਜਿਹੜੀਆਂ ਜਿੰਨੀਆਂ ਜ਼ਿਆਦਾ ਖਾਣ ਨੂੰ ਦੇਵਾਂਗੇ ਆਪਾਂ ਬੱਚੇ ਨੂੰ ਜਿੰਨਾ ਉਹ ਦੰਦਾਂ ਦੇ ਉੱਤੇ ਜ਼ੋਰ ਪਾਊਗਾ ਬੱਚਾ ਸਖਤ ਚੀਜ਼ਾਂ ਦੇ ਨਾਲ ਦੰਦੀ ਵੱਢੂਗਾ ਦੰਦ ਆਪਣੇ ਆਪ ਕਾਫੀ ਹੱਦ ਤੱਕ ਸਿੱਧੇ ਹੋ ਜਾਂਦੇ ਆ ਜਵਾੜੇ ਦਾ ਗਰੋਥ ਵੀ ਜਿਹੜਾ ਹੈ ਉਹ ਬਹੁਤ ਸੋਹਣਾ ਹੋ ਜਾਂਦਾ ਜੇ ਬੱਚਾ ਸਖਤ ਚੀਜ਼ਾਂ ਖਾਵੇ ਉਹਦੇ 'ਚ ਫਿਰ ਬ੍ਰੇਸਿਸ ਦੇ ਚਾਂਸਿਸ ਜਿਹੜੇ ਹੈਗੇ ਕਾਫੀ ਘੱਟ ਜਾਂਦੇ ਆ ਅਗੇਨ ਜਦੋਂ ਦੰਦ 12-13 ਸਾਲ ਦੀ ਏਜ ਤੱਕ ਨਹੀਂ ਸਿੱਧੇ ਹੁੰਦੇ ਆ ਫਿਰ ਆਪਾਂ ਕੋਲ ਉਹੀ ਇੱਕ ਸੋਲਿਊਸ਼ਨ ਰਹਿ ਜਾਂਦਾ ਜਿਹੜਾ ਬ੍ਰੇਸਿਸ ਦਾ ਤੇ ਉਹਦੇ ਵਿੱਚ ਤੁਹਾਡਾ ਡੈਂਟਿਸਟ ਜਿਹੜਾ ਹੈਗਾ ਆ ਉਹ ਦੇਖ ਕੇ ਡਿਸਾਈਡ ਕਰ ਸਕਦਾ ਕਿ ਬੱਚੇ ਵਾਸਤੇ ਤੁਹਾਡੇ ਵਾਸਤੇ ਕਿੱਦਾਂ ਦੇ ਬ੍ਰੇਸਿਸ ਵਧੀਆ ਰਹਿਣੇ ਆ ਇਨਵਿਜ਼ਲਾਈਨ ਜਾਂ ਰੈਗੂਲਰ ਬ੍ਰੇਸਿਸ ਜਾਂ ਜਿਹੜੇ ਲਿੰਗੁਅਲ ਬ੍ਰੇਸਿਸ ਅੱਜ ਕੱਲ੍ਹ ਆਏ ਆ ਉਹ ਇੱਕ ਵਾਰੀ ਬ੍ਰੇਸਿਸ ਜਦੋਂ ਪੈ ਜਾਂਦੇ ਆ ਅਤੇ ਅਬਾਊਟ 2 ਸਾਲ ਇਹ ਬ੍ਰੇਸਿਸ ਜਿਹੜੇ ਹੈਗੇ ਆ ਬੱਚੇ ਦੇ ਮੂੰਹ ਦੇ ਵਿੱਚ ਲੱਗੇ ਰਹਿੰਦੇ ਆ ਔਰ ਐਵਰੀ 2 ਮਹੀਨੇ ਬਾਅਦ ਅਸੀਂ ਉਹਨੂੰ ਟਾਈਟ ਕਰੀਦਾ ਬ੍ਰੇਸਿਸ ਨੂੰ ਬੱਚੇ ਨੂੰ ਉਹਦੀ ਹਾਈਜੀਨ ਸਮਝਾਈ ਦੀ ਵੀ ਕਿੱਦਾਂ ਹਾਈਜੀਨਿਕ ਉਹ ਬ੍ਰੇਸਿਸ ਦੇ ਵਿੱਚ ਜਦੋਂ ਅਸੀਂ ਪਾਉਂਦੇ ਹਾਂ ਜਿਹੜੇ ਦੰਦਾਂ ਦੀ ਟੇਕ ਕੇਅਰ ਬੱਚੇ ਨੂੰ ਬਹੁਤ ਚੰਗੀ ਤਰ੍ਹਾਂ ਕਰਨੀ ਪੈਂਦੀ ਆ ਕਈ ਖਾਣ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰਿਸਟ੍ਰਿਕਸ਼ਨ ਹੁੰਦੀਆਂ ਵੀ ਸਟਿੱਕੀ ਚੀਜ਼ ਬੱਚਾ ਨਹੀਂ ਖਾ ਸਕਦਾ ਆ
ਕੋਈ ਸਖਤ ਚੀਜ਼ ਬਹੁਤੀ ਉਸ ਵੇਲੇ ਨਹੀਂ ਖਾਣੀ ਹੈ, ਕਿਉਂਕਿ ਬ੍ਰੇਸਿਸ ਟੁੱਟ ਜਾਂਦੇ ਆ ਉਹਦੇ ਨਾਲ। ਸੋ ਇੱਕ ਵਾਰੀ ਬ੍ਰੇਸਿਸ ਪੈ ਗਏ ਤਾਂ 1.5 ਤੋਂ 2 ਸਾਲ ਦਾ ਟ੍ਰੀਟਮੈਂਟ ਟਾਈਮ ਹੁੰਦਾ ਇਹ। ਔਰ ਉਹ ਤੋਂ ਬਾਅਦ ਜਦੋਂ ਬ੍ਰੇਸਿਸ ਅਸੀਂ ਉਤਾਰ ਦਿੰਦੇ ਹਾਂ ਬੱਚੇ ਦੇ, ਤਾਂ ਅਸੀਂ ਇੱਕ ਰਿਟੇਨਰ ਲਾਈਦਾ ਹੈਗਾ, ਜਿਹੜਾ ਕਿ ਜਦੋਂ ਦੰਦਾਂ ਨੂੰ ਅਸੀਂ ਮੂਵ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਂਦੇ ਹਾਂ ਅਤੇ ਉਹਨੂੰ ਉਹ ਹੋਲਡ ਕਰਕੇ ਰੱਖਦਾ ਉੱਥੇ, ਉਹਨਾਂ ਨੂੰ ਵਾਪਸ ਨਹੀਂ ਜਾਣ ਦਿੰਦਾ ਦੰਦਾਂ ਨੂੰ ਜਿੱਥੇ ਉਹ ਪਹਿਲਾਂ ਸੀਗੇ ਅੱਜ ਤੋਂ 2 ਸਾਲ ਪਹਿਲਾਂ। ਔਰ ਉਹ ਰਿਟੇਨਰ ਯੂਜਲੀ 3 ਸਾਲ ਬੱਚੇ ਦੇ ਮੂੰਹ ਦੇ ਵਿੱਚ ਲੱਗਾ ਰਹਿੰਦਾ ਹੈ। ਸੋ ਆਪਾਂ ਨੇ ਜਦੋਂ ਬ੍ਰੇਸਿਸ ਪਾਉਣੇ ਆ, ਪਹਿਲਾਂ ਤਾਂ ਇਹ ਦੇਖਣਾ ਵੀ ਬੱਚਾ ਮੈਚੋਰ ਹੋ ਗਿਆ ਇਨਫ ਵੀ ਆਪਣੇ ਦੰਦਾਂ ਦੀ ਕੇਅਰ ਕਰ ਸਕਦਾ ਕਿ ਨਹੀਂ ਕਰ ਸਕਦਾ, ਕਿਉਂਕਿ ਬ੍ਰੇਸਿਸ ਦੇ ਵਿੱਚ ਸਪੈਸ਼ਲ ਕੇਅਰ ਸਾਨੂੰ ਜਿਹੜੀ ਡਿਊਰਿੰਗ ਦਾ ਟ੍ਰੀਟਮੈਂਟ ਬ੍ਰੇਸਿਸ ਜਿਹੜੀ ਹੁੰਦੀ ਆ, ਸਪੈਸ਼ਲ ਕੇਅਰ ਕਰਨੀ ਪੈਂਦੀ ਬੱਚੇ ਨੂੰ। ਬੜਾ ਮੈਚੋਰਟੀ ਦੇ ਨਾਲ ਉਹਨੂੰ ਆਪਣੇ ਦੰਦ ਰੈਗੂਲਰਲੀ ਕਲੀਨ ਕਰਨੇ ਪੈਂਦੇ ਆ, ਚੰਗੀ ਤਰ੍ਹਾਂ 5-6 ਵਾਰੀ ਬਰੱਸ਼ ਕਰਨਾ ਪੈਂਦਾ ਆ, ਖਾਣ ਦੀਆਂ ਰਿਸਟ੍ਰਿਕਸ਼ਨ ਬਹੁਤ ਹੁੰਦੀਆਂ। ਸੋ ਆਪਾਂ ਇਹ ਸਾਰੇ ਫੈਕਟਰ ਪਹਿਲਾਂ ਸੋਚ ਕੇ ਡੈਂਟਿਸਟ ਨਾਲ ਗੱਲ ਕਰਕੇ ਆਪਣੇ ਨਾਲ ਫਿਰ ਡਿਸਾਈਡ ਕਰਨਾ ਵੀ ਅਸੀਂ ਬ੍ਰੇਸਿਸ ਪਵਾਈਏ। ਜੇ ਲੱਗਦਾ ਹਜੇ ਬੱਚਾ ਮੈਚੋਰ ਨਹੀਂ ਹੈ, ਕੋਈ ਗੱਲ ਨਹੀਂ, ਅਸੀਂ ਉਹਨੂੰ ਬ੍ਰੇਸਿਸ ਅਗਲੇ ਸਾਲ ਪਵਾ ਸਕਦੇ ਹਾਂ। ਸੋ ਆਪਾਂ ਰਸ਼ ਨਹੀਂ ਕਰਨਾ ਬ੍ਰੇਸਿਸ ਪਵਾਉਣ ਨੂੰ। ਸੋ ਇਹ ਸੀਗੇ ਥੋੜ੍ਹੇ ਜਿਹੇ ਬ੍ਰੇਸਿਸ ਦੇ ਟਿਪਸ ਸਾਡੇ ਦਰਸ਼ਕਾਂ ਵਾਸਤੇ। ਥੈਂਕ ਯੂ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰੀਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਅਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780 233 3100 233 3100। ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। Sundeep Furniture has been an Edmonton staple for over 25 years, exclusively selling custom furniture brands like Ashley, Serta, Sealy. We are able to offer you high-quality products at amazing prices. We will meet or beat any advertised price. Visit us online at sundeepfurniture.ca, follow us on Facebook, or check us out in person at our massive showroom located at 9908 65 Ave. To match the sizes that are on site, to match the hinge locations, the lock locations, so that the fit up is easy, and it makes it easier for the installer to put the doors into existing jambs that are on the houses already. I love Edmonton, I want to stay in Edmonton, and we want to help the community and plus Canadian stuff. But definitely we're getting bigger out there, and this is kind of our niche, to do these custom projects and make everything look fancy. Lots of people love it. People said, oh, that's why name is Fancy Doors. ਦੋਸਤੋ, ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਸਮੇਂ-ਸਮੇਂ ਤੇ ਅਸੀਂ ਕਲਾਕਾਰਾਂ, ਸਾਹਿਤਕਾਰਾਂ ਤੇ ਇਕੱਲੇ ਐਡਮਿੰਟਨ ਦੇ ਵਿੱਚੋਂ ਹੀ ਨਹੀਂ, ਅਲਬਰਟਾ ਦੇ ਵਿੱਚੋਂ ਨਹੀਂ, ਬਲਕਿ ਪੂਰੇ ਕੈਨੇਡਾ ਭਰ ਦੇ ਵਿੱਚੋਂ ਪ੍ਰਮੁੱਖ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਡਮਿੰਟਨ ਸ਼ਹਿਰ ਤੋਂ ਹੀ ਅਸੀਂ ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੋ ਪਹਿਲਾਂ ਤਾਂ ਸਿਟੀ ਆਫ ਐਡਮਿੰਟਨ ਦੇ ਵਿੱਚ ਸਿਟੀ ਕਾਉਂਸਲਰ ਬਣੇ, ਉਸ ਤੋਂ ਬਾਅਦ 2015 ਦੇ ਵਿੱਚ MP ਬਣੇ ਤੇ ਬਾਅਦ ਦੇ ਵਿੱਚ ਲਿਬਰਲ ਗਵਰਨਮੈਂਟ ਦੇ ਵਿੱਚ ਟਰੂਡੋ ਸਾਹਿਬ ਦੀ ਗਵਰਨਮੈਂਟ ਦੇ ਵਿੱਚ 2015 ਤੋਂ ਲੈ ਕੇ 2018 ਤੱਕ ਇਨਫਰਾਸਟ੍ਰਕਚਰ ਮਿਨਿਸਟਰ ਤੇ ਕਮਿਊਨਿਟੀਜ਼ ਮਿਨਿਸਟਰ ਰਹੇ ਤੇ ਉਸ ਤੋਂ ਬਾਅਦ 2018 ਤੋਂ 2019 ਤੱਕ ਮਿਨਿਸਟਰ ਆਫ ਨੈਚੁਰਲ ਰਿਸੋਰਸਿਸ ਰਹੇ ਨੇ। ਆਓ ਗੱਲਬਾਤ ਕਰਦੇ ਹਾਂ ਅਮਰਜੀਤ ਸੋਹੀ ਹੁਣਾਂ ਦੇ ਨਾਲ। ਅਮਰਜੀਤ ਸੋਹੀ ਹੁਣੀ ਆਪ ਸਭ ਦੇ ਰੂਬਰੂ ਹੋਣਗੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਢੇਰ ਸਾਰੀਆਂ। ਸੋਹੀ ਸਾਹਿਬ, ਸਭ ਤੋਂ ਪਹਿਲਾਂ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ। ਥੈਂਕ ਯੂ ਹਰਜੀਤ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤੇ ਤੁਹਾਡੀ ਵਤਨ ਟੀਵੀ ਦੀ ਟੀਮ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਤੁਹਾਡੇ ਟੈਲੀਵਿਜ਼ਨ ਦੇ ਜ਼ਰੀਏ ਤੁਹਾਡੇ ਸਰੋਤੇ ਨਾਲ ਗੱਲਬਾਤ ਕਰ ਸਕਾਂ। ਥੈਂਕ ਯੂ ਸੋ ਮਚ। ਜੇ ਸ਼ੁਰੂ ਤੋਂ ਲਈਏ ਤੁਹਾਡੇ ਬਚਪਨ ਬਾਰੇ ਜਾਂ ਜਿੱਥੋਂ ਤੁਸੀਂ ਮਤਲਬ ਬੇਸਿਕਲੀ ਇੰਡੀਆ ਤੋਂ ਆਏ ਹੋ, ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਪਲੀਜ਼। ਮੇਰਾ ਪਿੰਡ ਬਨਭੌਰਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੈ ਤੇ ਉੱਥੇ ਹੀ ਸਾਡਾ ਪਰਿਵਾਰ, ਮੇਰੇ ਸਭ ਤੋਂ ਵੱਡੇ ਵੀਰ ਜਗਦੇਵ ਸੋਹੀ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ 1976 ਦੇ ਵਿੱਚ ਆਏ ਸੀਗੇ ਅਤੇ ਉਹਨਾਂ ਦੀ ਵਾਈਫ ਰਜਿੰਦਰ ਉਹ ਐਡਮਿੰਟਨ ਦੇ ਵਿੱਚ 1977 ਦੇ ਵਿੱਚ ਮੂਵ ਹੋਏ ਅਤੇ ਫਿਰ 1981 ਦੇ ਵਿੱਚ ਮੈਂ ਅਤੇ ਮੇਰੇ
ਪੇਰੈਂਟਸ ਅਸੀਂ ਇੱਥੇ ਉਹਨਾਂ ਕੋਲ ਆਏ ਸੀ, ਉਹਨਾਂ ਨੇ ਸਾਨੂੰ ਸਪਾਂਸਰ ਕੀਤਾ ਸੀਗਾ ਤੇ ਉਸ ਦਿਨ ਤੋਂ ਹੀ ਐਡਮਿੰਟਨ ਦੇ ਵਿੱਚ ਰਹਿ ਰਹੇ ਹਾਂ। ਹੁਣ ਤਕਰੀਬਨ 40 ਸਾਲ ਹੋ ਗਏ ਇਸ ਸ਼ਹਿਰ ਦੇ ਵਿੱਚ ਰਹਿੰਦੇ ਹਾਂ। ਸ਼ਹਿਰ ਸਾਡਾ ਆਪਣਾ ਸ਼ਹਿਰ ਬਣ ਚੁੱਕਿਆ ਤੇ ਇੱਥੇ ਆਪਣੇ ਆਪ ਨੂੰ ਵਧਣ ਫੁੱਲਣ ਦਾ ਮੌਕਾ ਮਿਲਿਆ ਤੇ ਨਾਲ ਹੀ ਨਾਲ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਸਾਰਿਆਂ ਨਾਲ ਮੇਲ ਮਿਲਾਪ ਰੱਖ ਕੇ ਅੱਗੇ ਵਧਣ ਦਾ ਮੌਕਾ ਮਿਲਿਆ ਤੇ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ। ਸਿਟੀ ਕਾਉਂਸਲਰ ਬਣਨ ਤੋਂ ਪਹਿਲਾਂ ਸਾਰਿਆਂ ਨੂੰ ਇੱਥੇ ਆ ਕੇ ਸੰਘਰਸ਼ ਕਰਨਾ ਪੈਂਦਾ। ਉਹ ਸੰਘਰਸ਼ ਦੇ ਦਿਨ ਆ ਥੋੜ੍ਹੇ ਜਿਹੇ ਜਿਹੜੇ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ। ਸੰਘਰਸ਼ ਤਾਂ ਹਰ ਇਮੀਗ੍ਰੈਂਟ ਨੂੰ ਕਰਨਾ ਪੈਂਦਾ ਤੇ ਮੈਨੂੰ ਵੀ ਕਰਨਾ ਪਿਆ। ਬਹੁਤ ਇੱਦਾਂ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਲੰਘਣਾ, ਪਰ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮ ਸਮਝਦਾ ਕਿ ਅਗਰ ਮੇਰੇ ਵੱਡੇ ਵੀਰ ਜਗਦੇਵ ਸੋਹੀ ਤੇ ਉਹਨਾਂ ਦੇ ਵਾਈਫ ਰਜਿੰਦਰ ਸੋਹੀ ਮੇਰੇ ਭਾਬੀ ਜੀ ਇੱਥੇ ਨਾ ਹੁੰਦੇ ਮੇਰੀ ਸਪੋਰਟ ਕਰਨ ਵਾਸਤੇ, ਤਾਂ ਜਿਸ ਅਹੁਦੇ ਤੱਕ ਮੈਂ ਪਹੁੰਚ ਸਕਿਆ ਉੱਥੇ ਨਹੀਂ ਸੀ ਪਹੁੰਚ ਸਕਣਾ। ਤੇ ਸਾਡੇ ਵਾਸਤੇ ਜਿਵੇਂ ਤੁਸੀਂ ਵੀ ਜਾਣਦੇ ਮੇਰੇ ਜਗਦੇਵ ਵੀਰ ਇਸ ਪਿਛਲੇ ਸਾਲ ਅਕਤੂਬਰ ਦੇ ਵਿੱਚ ਸਾਨੂੰ ਛੱਡ ਕੇ ਚਲੇ ਗਏ ਨੇ, ਵਿਛੋੜਾ ਦੇ ਕੇ ਨੇ। ਉਹਨਾਂ ਦੀ ਅਚਾਨਕ ਮੌਤ ਹੋ ਗਈ ਹੈ ਤੇ ਉਹ ਜਿਹੜਾ ਘਾਟਾ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਪਰ ਮੈਂ ਇਹ ਸਮਝਦਾ ਕਿ ਅਗਰ ਉਹਨਾਂ ਦਾ ਸਾਥ ਨਾ ਹੁੰਦਾ ਤੇ ਮੇਰੇ ਭਾਬੀ ਜੀ ਦਾ ਸਾਥ ਨਾ ਹੁੰਦਾ ਤਾਂ ਕਦੇ ਵੀ ਜੋ ਕੰਮ ਮੈਂ ਕੀਤੇ ਨੇ ਕਦੇ ਨਹੀਂ ਸੀ ਕਰ ਸਕਦਾ। ਹਾਂ, ਜਿੱਥੋਂ ਤੱਕ ਦੁੱਖ ਤਕਲੀਫਾਂ ਦੀ ਗੱਲ ਹੈ ਆਉਂਦੀਆਂ ਨੇ ਆਈਆਂ ਨੇ ਤੇ ਪਰ ਸਾਰਿਆਂ ਦਾ ਸਾਥ ਹੋਣ ਕਰਕੇ ਉਹ ਥੋੜ੍ਹੀਆਂ ਸੌਖੀਆਂ ਹੋ ਗਈਆਂ ਸੀ। ਜੋ ਨਸਲਵਾਦ ਦਾ ਸਾਹਮਣਾ ਇੱਥੇ ਕਰਨਾ ਪਿਆ, ਬੁਲਿੰਗ ਦਾ ਸਾਹਮਣਾ ਜੇ ਇੱਥੇ ਕਰਨਾ ਪਿਆ ਤੇ ਨਾਲ ਹੀ ਨਾਲ ਕੰਮ ਦੇ ਵਿੱਚ ਜੋ ਦਿੱਕਤਾਂ ਆਉਂਦੀਆਂ ਸੀਗੀਆਂ। ਤੁਹਾਨੂੰ ਪਤਾ ਕਿ ਜਦੋਂ ਨਵੇਂ ਇਮੀਗ੍ਰੈਂਟ ਆਉਂਦੇ ਤਾਂ ਸਾਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ ਤੇ ਉਸ ਸਟਰਗਲ ਦੇ ਦੌਰਾਨ ਤਾਂ ਅਸੀਂ ਯੂਨੀਅਨ ਦੇ ਵਿੱਚ ਵੀ ਇਨਵੋਲਵ ਹੋ ਕੇ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਜਿਹੜੀਆਂ ਵਰਕਿੰਗ ਕੰਡੀਸ਼ਨਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਸੋ ਬਹੁਤ ਕੁਝ ਹੈ ਜੋ ਸਿੱਖਣ ਨੂੰ ਮੌਕਾ ਮਿਲਿਆ। ਦੁੱਖ ਵੀ ਚੱਲੇ ਪਰ ਨਾਲ ਆਪਣੀਆਂ ਜਿਹੜੀਆਂ ਹਾਲਤਾਂ ਨੂੰ ਸੁਧਾਰਨ ਵਾਸਤੇ ਜਦੋਜਹਿਦ ਵੀ ਕੀਤੀ ਤੇ ਉਹਦੇ ਵਿੱਚ ਸਫਲ ਵੀ ਹੋਏ। ਜਿੱਥੋਂ ਤੱਕ ਸਿਟੀ ਕਾਉਂਸਲਰ ਬਣਨ ਦਾ ਸਵਾਲ ਹੈ, ਸੋਹੀ ਸਾਹਿਬ ਜਦੋਂ ਤੁਸੀਂ ਸਿਟੀ ਕਾਉਂਸਲਰ ਬਣੇ ਪਿਛਲੀ 18 ਅਕਤੂਬਰ ਨੂੰ ਐਡਮਿੰਟਨ ਸ਼ਹਿਰ ਦੀਆਂ ਸਿਵਿਕ ਇਲੈਕਸ਼ਨਸ ਹੋਈਆਂ ਤੇ ਵਾਰਡ ਨੰਬਰ 12 ਤੋਂ ਸਿਟੀ ਕਾਉਂਸਲਰ ਲਈ ਉਮੀਦਵਾਰ ਅਮਰਜੀਤ ਸੋਹੀ 10,222 ਵੋਟਾਂ ਲੈ ਕੇ ਆਪਣੇ ਵਿਰੋਧੀਆਂ ਤੋਂ ਬਹੁਤ ਵੱਡੇ ਫਰਕ ਦੇ ਨਾਲ ਇਹ ਚੋਣ ਜਿੱਤੇ। I would like to thank everybody, and everybody should thank the person sitting next to them because we all work together. Sweet to know at the end of the day that you are winning. So मैं ਅੱਜ ਆਪਣੇ ਪਰਿਵਾਰ ਵੱਲੋਂ ਸਾਡੀ ਸਾਰੀ ਕੈਂਪੇਨ ਟੀਮ ਵੱਲੋਂ ਸਾਡੇ ਸਾਰੇ ਵੋਲੰਟੀਅਰਸ ਵੱਲੋਂ ਆਪਣੀ ਸਾਰੀ ਹੀ ਕਮਿਊਨਿਟੀ ਦਾ ਧੰਨਵਾਦ ਕਰਨ ਕਿ ਜਿਨ੍ਹਾਂ ਦੇ ਸਹਾਰੇ ਦੇ ਨਾਲ ਜਿਨ੍ਹਾਂ ਦੀ ਸਪੋਰਟ ਦੇ ਨਾਲ ਅੱਜ ਜੋ ਇਲੈਕਸ਼ਨ ਦਾ ਰਿਜ਼ਲਟ ਸਾਡੇ ਹੱਕ ਦੇ ਵਿੱਚ ਆਇਆ। ਬਹੁਤ ਵੱਡਮੁੱਲਾ ਯੋਗਦਾਨ ਹੈ ਤੁਹਾਡਾ। ਤੁਸੀਂ ਆਪ ਬੱਸ ਚਲਾਉਂਦੇ ਰਹੇ ਹੋ ਤੇ ਹੁਣ ਜਿਹੜੀ LRT ਸ਼ੁਰੂ ਹੋ ਰਹੀ ਆ ਡਾਊਨਟਾਊਨ ਤੋਂ ਮਿਲਵਰਡ ਦੇ ਵਿੱਚ ਆਈ ਹੈ, ਉਹਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੈ। ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਪਲੀਜ਼। 2007 ਦੇ ਵਿੱਚ ਮੈਂ ਪਹਿਲੀ ਵਾਰ ਸਿਟੀ ਕਾਉਂਸਲ ਵਾਸਤੇ ਇਲੈਕਟ ਹੋਇਆ ਸੀਗਾ ਜੀ ਤੇ ਉਸ ਸਮੇਂ ਤੋਂ ਲੈ ਕੇ 2015 ਤੱਕ 8 ਸਾਲ ਮੈਂ ਸਿਟੀ ਕਾਉਂਸਲ ਦੇ ਵਿੱਚ ਸਾਡੇ ਜਿਹੜੇ ਮਿਲਵਰਡਸ ਦਾ ਏਰੀਆ, ਮੈਡੋਜ਼ ਦਾ ਏਰੀਆ, ਇਹਦੀ ਰਿਪਰੈਜ਼ੈਂਟੇਸ਼ਨ ਕੀਤੀ। ਬੜੇ ਚੰਗੇ ਕੰਮ ਕਰਨ ਦਾ ਮੌਕਾ ਮਿਲਿਆ। LRT ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਐਡਮਿੰਟਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਹੈ ਜਿਹੜਾ 13 ਕਿਲੋਮੀਟਰ ਲੰਬੀ ਲਾਈਨ ਮਿਲਵਰਡ ਦੇ ਵਿੱਚੋਂ ਡਾਊਨਟਾਊਨ ਦੇ ਵਿੱਚ ਜਾਣੀ ਹੈ। ਉਹਦੀ ਕੰਸਟਰਕਸ਼ਨ ਇਸ ਸਾਲ ਦੇ ਐਂਡ ਤੱਕ ਕੰਪਲੀਟ ਹੋ ਰਹੀ ਹੈ ਤੇ ਉਹਦੀ ਜਿਹੜੀ ਆਪਰੇਸ਼ਨ ਹੈ ਉਹ ਸ਼ੁਰੂ ਹੋ ਜਾਣਾ। ਇਵੇਂ ਮੈਡੋਜ਼ ਰੈਕ ਸੈਂਟਰ, ਲਾਇਬ੍ਰੇਰੀ ਜੇ ਇੱਥੇ ਹੁਣ ਤੱਕ ਕੋਵਿਡ ਦਾ ਕਰਕੇ ਬੰਦ ਆ, ਉੱਥੇ ਕਿੰਨੇ ਹੀ ਲੋਕਾਂ ਨੂੰ ਜਾ ਕੇ ਐਕਸਰਸਾਈਜ਼ ਕਰਨ ਦਾ, ਆਪਣੀ ਸਿਹਤ ਨੂੰ ਵਧੀਆ ਬਣਾਉਣ ਦਾ ਮੌਕਾ ਮਿਲਦਾ। ਉਹ ਕੰਮ ਤੇ ਉਸ ਪ੍ਰੋਜੈਕਟ 'ਤੇ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਸ ਨੂੰ ਨੇਪਰੇ ਚਾੜਿਆ। ਮਿਲਵਰਡਸ ਦੇ ਵਿੱਚ ਸੀਨੀਅਰ ਸੈਂਟਰ ਤੇ ਲਾਇਬ੍ਰੇਰੀ ਜਿੱਥੇ ਜੈਕੀ ਪਾਰਕਰ ਪਾਰਕ ਹੈ, ਇਹਦੇ ਵਿੱਚ ਵੀ ਅਸੀਂ ਬੜੇ ਵਧੀਆ ਢੰਗ ਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਜਿਹੜੀਆਂ ਅਮੈਨਿਟੀਜ਼ ਲਵਾਈਆਂ ਨੇ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਪ੍ਰੋਜੈਕਟ ਨੇ ਐਡਮਿੰਟਨ ਦੇ ਵਿੱਚ ਜਿਨ੍ਹਾਂ 'ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਦੇ ਸਾਰੇ ਪ੍ਰੋਜੈਕਟ ਨੇਪਰੇ ਚੜ੍ਹ ਚੁੱਕੇ ਨੇ ਤੇ ਕੁਝ ਚੜ੍ਹਨ ਵਾਲੇ ਨੇ ਤੇ ਇਹਦਾ ਸਾਰੇ ਹੀ ਲੋਕਾਂ ਨੂੰ ਫਾਇਦਾ ਹੋ ਰਿਹਾ। ਸਿਟੀ ਕਾਉਂਸਲਰ ਹੁੰਦਿਆਂ ਹੋਇਆਂ ਜੋ ਤੁਸੀਂ ਨੇ ਜਿੰਨੇ ਵੀ ਕੰਮ ਕੀਤੇ ਨੇ ਉਹ ਬਹੁਤ ਜ਼ਿਆਦਾ ਸਲਾਹੁਣਯੋਗ ਨੇ। ਉਹਨਾਂ ਨੂੰ ਜਿੰਨੇ ਵੀ ਐਡਮਿੰਟੋਨੀਅਨਸ ਨੇ ਉਹਨਾਂ ਨੂੰ ਬਹੁਤ ਮਦਦ ਮਿਲੇਗੀ। ਹੁਣ ਜਿਵੇਂ LRT ਇਸੇ ਸਾਲ ਸ਼ੁਰੂ ਹੋ ਜਾਣੀ ਹੈ ਜਿਵੇਂ ਤੁਸੀਂ ਦੱਸਿਆ, ਤੇ 2015 ਦੇ ਵਿੱਚ MP ਬਣਨ ਤੱਕ ਤਾਂ ਠੀਕ ਹੈ, ਪਰ ਬਾਅਦ ਦੇ ਵਿੱਚ ਟਰੂਡੋ ਸਾਹਿਬ ਨੇ ਤੁਹਾਨੂੰ ਆਪਣੀ ਗਵਰਨਮੈਂਟ ਦੇ ਵਿੱਚ ਲਿਆ, ਆਪਣੀ ਕੈਬਨਿਟ ਦੇ ਵਿੱਚ ਲਿਆ, ਕਿਵੇਂ ਲੱਗਾ? ਜਿਸ ਧਰਤੀ ਤੇ ਅਸੀਂ ਆਏ ਹਾਂ, ਆਪਣਾ ਘਰ ਛੱਡ ਕੇ ਇੰਡੀਆ ਦੇ ਵਿੱਚੋਂ,
ਉਸ ਕੰਟਰੀ ਦੇ ਪਾਰਲੀਮੈਂਟ ਦੇ ਵਿੱਚ ਤੇ ਉਸ ਕੰਟਰੀ ਦੀ ਜਿਹੜੀ ਗਵਰਨਮੈਂਟ ਹੈ ਕੈਬਨਿਟ ਦੇ ਵਿੱਚ ਸਰਵ ਕਰਨਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਸੀ ਜੋ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਸਾਰੇ ਲੋਕਾਂ ਦਾ ਸਾਥ ਹੈ, ਸਾਰੇ ਹੀ ਇੱਥੇ ਐਡਮਿੰਟਨ ਦੇ ਵਿੱਚ ਤੇ ਬਾਕੀ ਹੋਰ ਏਰੀਆ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ। ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਉਹਨਾਂ ਦੀ ਕੈਬਨਿਟ ਦੇ ਵਿੱਚ ਇਨਫਰਾਸਟ੍ਰਕਚਰ ਦੀ ਜਿਹੜੀ ਮਿਨਿਸਟਰੀ ਹੈ ਉਹਨੂੰ ਸੰਭਾਲਾਂ। ਇਹ ਮਿਨਿਸਟਰੀ ਕੋਈ ਛੋਟੀ ਮਿਨਿਸਟਰੀ ਨਹੀਂ ਸੀ ਤੇ ਪਹਿਲੀ ਵਾਰ ਇੱਕ $180 ਬਿਲੀਅਨ ਦਾ ਇਨਫਰਾਸਟ੍ਰਕਚਰ ਪਲਾਨ ਤਿਆਰ ਕਰਨ ਦਾ ਜਿਹੜਾ ਸਾਡਾ ਕਮਿਟਮੈਂਟ ਸੀ ਉਹਦੀ ਜ਼ਿੰਮੇਵਾਰੀ ਮੇਰੀ ਸੀ, ਜਿਹੜੀ ਅਸੀਂ 2-2.5 ਸਾਲਾਂ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਨਿਭਾ ਕੇ ਪੂਰੇ ਪ੍ਰੋਵਿੰਸਿਸ ਦੇ ਨਾਲ ਮਿਊਨਿਸਪੈਲਿਟੀਜ਼ ਦੇ ਨਾਲ ਐਗਰੀਮੈਂਟ ਸਾਈਨ ਕੀਤੇ, ਪ੍ਰੋਜੈਕਟ ਸ਼ੁਰੂ ਕੀਤੇ। ਸਾਡੇ ਇੱਥੇ ਐਡਮਿੰਟਨ ਦੇ ਵਿੱਚ ਯੈਲੋ ਹੈਡ ਟ੍ਰੇਲ ਦੀ ਐਕਸਪੈਂਸ਼ਨ ਦਾ ਪ੍ਰੋਜੈਕਟ ਜਾਂ ਜਿਹੜਾ 50 ਸਟਰੀਟ ਜਾਂ 82nd ਦੇ ਉੱਪਰ ਜਿਹੜੀ ਰੇਲ ਕ੍ਰਾਸਿੰਗ ਹੈਗੀ ਆ ਉਹਨੂੰ ਗ੍ਰੇਡ ਸੈਪਰੇਟ ਕਰਨ ਦਾ ਪ੍ਰੋਜੈਕਟ ਜਾਂ ਫੋਰਟ ਐਡਮਿੰਟਨ ਦਾ ਪ੍ਰੋਜੈਕਟ ਜਾਂ ਆਪਣੇ ਮਿਲਵੁੱਡ ਦੇ ਵਿੱਚ ਜਿਹੜੇ ਫਲੱਡ ਆਉਂਦੇ ਸੀਗੇ ਉਹ ਫਲੱਡਸ ਨੂੰ ਰੋਕਣ ਵਾਸਤੇ ਫੈਡਰਲ ਗਵਰਨਮੈਂਟ ਨੇ ਜੋ ਇਨਫਰਾਸਟ੍ਰਕਚਰ ਦੀ ਇਨਵੈਸਟਮੈਂਟ ਸਾਡੇ ਸ਼ਹਿਰ ਦੇ ਵਿੱਚ ਕੀਤੀ। ਇਹ ਸਾਰੀਆਂ ਪ੍ਰੋਜੈਕਟ 'ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਦੀ ਕੈਬਨਿਟ ਦੇ ਵਿੱਚ ਕੰਮ ਕਰਦੇ ਆ ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ। ਜਿਵੇਂ ਤੁਸੀਂ ਕੰਮ ਜਿਹੜੇ ਦੱਸੇ ਨੇ ਉਹਨਾਂ ਤੋਂ ਇਲਾਵਾ ਜਿਹੜਾ ਪਾਈਪਲਾਈਨ ਦਾ ਵੱਡਾ ਕੰਮ ਹੈ। ਐਂਡ Trans Mountain is also working hard to prioritize indigenous, local and regional hiring to the greatest extent possible. That means more good jobs, well-paying jobs for people here in Alberta and in British Columbia. Because behind each of the jobs is a worker, often with a family, that is then able to put food on the table and make ends meet. It is important to say that we were able to get to this day because and only because we did the things in the right way in every step of the way. ਉਹਦੇ ਵਿੱਚ ਤੁਹਾਡਾ ਵੱਡਮੁੱਲਾ ਯੋਗਦਾਨ ਹੈ, ਉਹਦੇ ਬਾਰੇ ਦੱਸੋ ਮਾੜਾ ਜਿਹਾ ਵੀ ਉਹ ਕਿਸ ਪੜਾਅ ਤੇ ਹੁਣ ਤੱਕ ਪਹੁੰਚ ਚੁੱਕੀ ਤੇ ਕਦੋਂ ਤੱਕ ਉਹ ਜੇ ਗਾਂ ਚੱਲੇਗੀ ਤੇ ਜੇ ਚੱਲੇਗੀ ਤੇ ਕਦੋਂ ਤੱਕ ਪੂਰੀ ਹੋਏਗੀ। ਟਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਂਸ਼ਨ ਪ੍ਰੋਜੈਕਟ ਅਲਬਰਟਾ ਵਾਸਤੇ ਤੇ ਕੈਨੇਡਾ ਵਾਸਤੇ ਬਹੁਤ ਹੀ ਇੰਪੋਰਟੈਂਟ ਪ੍ਰੋਜੈਕਟ ਆ। ਇਹ ਪ੍ਰੋਜੈਕਟ ਤਕਰੀਬਨ 50 ਸਾਲ ਬਾਅਦ ਇੱਕ ਨਵੀਂ ਪਾਈਪਲਾਈਨ ਬਣ ਰਹੀ ਹੈ ਜਿਹਦੇ ਨਾਲ ਅਸੀਂ ਆਪਣੇ ਤੇਲ ਨੂੰ US ਤੋਂ ਸਿਵਾਏ ਹੋਰ ਦੇਸ਼ਾਂ ਦੇ ਵਿੱਚ ਪਹੁੰਚਾ ਸਕਦੇ ਹਾਂ, ਹੋਰ ਦੇਸ਼ਾਂ ਦੇ ਵਿੱਚ ਵੇਚ ਸਕਦੇ ਹਾਂ। ਅਲਬਰਟਾ ਨੂੰ ਬਹੁਤ ਘਾਟਾ ਪੈ ਰਿਹਾ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਕਸਟਮਰ ਹੈਗਾ ਯੂਨਾਈਟਿਡ ਸਟੇਟਸ ਤੇ ਪਾਈਪਲਾਈਨ ਦੀ ਕਪੈਸਿਟੀ ਨਾ ਹੋਣ ਕਰਕੇ ਅਸੀਂ ਹੋਰ ਦੇਸ਼ਾਂ ਦੇ ਵਿੱਚ ਆਪਣਾ ਤੇਲ ਨਹੀਂ ਸੀ ਭੇਜ ਸਕਦੇ। ਸੋ ਇਹ ਪਾਈਪਲਾਈਨ ਜੀ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਹਨੂੰ ਨੇਪਰੇ ਚਾੜਨ ਦਾ ਮੌਕਾ ਮਿਲਿਆ। ਇਹਦੀ ਕੰਸਟਰਕਸ਼ਨ ਦਸੰਬਰ 2022 ਦੇ ਵਿੱਚ ਕੰਪਲੀਟ ਹੋ ਜਾਣੀ ਹੈ। ਸੋ ਅੱਜ ਤੋਂ 1.5 ਸਾਲ ਨੂੰ ਕੰਪਲੀਟ ਹੋ ਜਾਣੇ ਤੇ ਜਦੋਂ ਇਹ ਕੰਪਲੀਟ ਹੋ ਗਈ ਉਸ ਤੋਂ ਬਾਅਦ ਅਲਬਰਟਾ ਦਾ ਆਇਲ ਵੈਨਕੂਵਰ ਦੀ ਜਿਹੜੀ ਬੰਦਰਗਾਹ ਹੈ ਉੱਥੇ ਜਾ ਕੇ ਅੱਗੇ ਫਿਰ ਟੈਂਕਰਸ ਦੇ ਰਾਹੀਂ ਦੂਜੇ ਦੇਸ਼ਾਂ ਦੇ ਵਿੱਚ ਜਿਹੜਾ ਪਹੁੰਚਦਾ ਹੋ ਸਕਦਾ ਤੇ ਇਹਦੇ ਨਾਲ ਸਾਡੀ ਅਲਬਰਟਾ ਦੀ ਇਕਨੋਮੀ ਨੂੰ ਬਹੁਤ ਫਾਇਦਾ ਹੋਣਾ, ਜੌਬਸ ਇੱਥੇ ਹੋਰ ਕ੍ਰੀਏਟ ਹੋਣੀਆਂ ਤੇ ਨਾਲ ਹੀ ਨਾਲ ਜੋ ਤੇਲ ਦਾ ਮੁੱਲ ਸਾਨੂੰ ਪਹਿਲਾਂ ਘੱਟ ਮਿਲਦਾ ਸੀਗਾ ਉਹ ਪ੍ਰੋਪਰ ਮੁੱਲ ਮਿਲਿਆ ਕਰੇਗਾ ਜਿਹਦਾ ਸਾਰੇ ਹੀ ਇਕੱਲੀ ਸਰਕਾਰ ਨੂੰ ਹੀ ਫਾਇਦਾ ਨਹੀਂ, ਸਾਰੇ ਟੈਕਸ ਪੇਅਰਸ ਨੂੰ ਫਾਇਦਾ ਹੋਣਾ। ਜਿਸ ਤਰੀਕੇ ਨਾਲ ਟਰੂਡੋ ਸਾਹਿਬ ਨੇ ਕੋਵਿਡ ਨੂੰ ਸੰਭਾਲਿਆ ਆਪਣੇ ਦੇਸ਼ ਦੇ ਵਿੱਚ, ਬੇਸ਼ੱਕ ਹੁਣ ਕੁਝ ਇੱਕ ਜਿਹੜੇ ਉਹਨਾਂ ਨੇ ਕਾਨੂੰਨ ਲਾਗੂ ਕੀਤੇ ਨੇ ਉਹਨਾਂ ਦੇ ਕਰਕੇ ਉਹਨਾਂ ਦੀ ਕੁਝ ਇੱਕ ਪਾਸਿਓਂ ਨਿੰਦਾ ਵੀ ਹੋ ਰਹੀ ਹੈ ਤੇ ਉਹਦੇ ਬਾਰੇ ਦੱਸੋ। ਖਾਸ ਕਰਕੇ ਜਿਹੜਾ ਹੁਣ ਹੋਟਲ ਦੇ ਵਿੱਚ ਰਹਿਣਾ, ਜਿਹੜੇ ਬਾਹਰੋਂ ਆਉਂਦੇ ਨੇ ਕੋਵਿਡ ਟੈਸਟ ਕਰਵਾ ਕੇ ਬੇਸ਼ੱਕ ਆਉਂਦੇ ਨੇ, ਹੋਟਲ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ, $2000 ਤੋਂ ਉੱਪਰ ਡਾਲਰ ਖਰਚਣੇ ਪੈਂਦੇ ਨੇ। ਮੈਂ ਸਮਝਦਾ ਹਰਜੀਤ ਕਿ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਮਸਲਾ ਸੀ ਉਹ ਇਹ ਸੀ ਕਿ ਲੋਕਾਂ ਨੂੰ ਘਰੇ ਰਹਿਣ ਲਈ ਅਸੀਂ ਅਪੀਲ ਕਰ ਰਹੇ ਹਾਂ ਤਾਂ ਲੋਕਾਂ ਦੀ ਸਪੋਰਟ ਕਿਵੇਂ ਕੀਤੀ ਜਾ ਸਕੇ ਕਿ ਉਹ ਆਪਣਾ ਖਰਚਾ ਚਲਾ ਸਕਣ। ਉਸ ਵੇਲੇ ਬਿਜ਼ਨਸ ਨੂੰ ਸਪੋਰਟ ਕਰਨਾ ਤੇ ਆਮ ਲੋਕਾਂ ਨੂੰ ਸਪੋਰਟ ਕਰਨਾ ਗਵਰਨਮੈਂਟ ਨੇ ਪੂਰੇ ਤਹਿਦਿਲੀ ਦੇ ਨਾਲ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਤੇ ਉਹਦੇ ਨਤੀਜੇ ਆਪਾਂ ਦੇਖ ਰਹੇ ਹਾਂ ਕਿ ਕਿਸੇ ਨੂੰ ਤਕਲੀਫ ਦੇ ਵਿੱਚ, ਦੁੱਖ ਤਕਲੀਫ ਦੇ ਵਿੱਚ ਲੰਘਣਾ ਨਹੀਂ ਪਿਆ। ਪਰ ਹੁਣ ਦੇਖੋ 1 ਸਾਲ ਹੋ ਗਿਆ, ਕੋਵਿਡ ਹਲੇ ਵੀ ਦੂਰ ਨਹੀਂ ਹੋ ਰਿਹਾ, ਵੈਕਸੀਨੇਸ਼ਨ ਹੋ ਰਹੀ ਹੈ ਪਰ ਵੈਕਸੀਨ ਦੀ ਜਿਹੜੀ ਪ੍ਰੋਕਿਊਰਮੈਂਟ ਸੀਗੀ ਉਹਦੇ ਵਿੱਚ ਕੁਝ ਦਿੱਕਤਾਂ ਆਈਆਂ ਸੀਗੀਆਂ ਪਰ ਹੁਣ ਦਿੱਕਤਾਂ ਦੂਰ ਹੋ ਗਈਆਂ ਨੇ ਤੇ ਜਿੰਨੀ ਵੈਕਸੀਨੇਸ਼ਨ ਦੀ ਸਾਨੂੰ ਲੋੜ ਹੈਗੀ ਹੈ ਪ੍ਰੋਵਿੰਸਿਸ ਜਿੰਨੀ ਹਾਈ ਰੇਟ ਤੇ ਕਰ ਸਕਦੇ ਆ ਉਨੀ ਹੀ ਜਿਹੜੀ ਵੈਕਸੀਨ ਅਵੇਲੇਬਲ ਹੈਗੀ ਆ। ਜਿਹੜੀ ਦੂਸਰੀ ਗੱਲ ਹੈ ਕਿ ਜਿਹੜਾ ਹੋਟਲ ਦੇ ਵਿੱਚ ਕੁਆਰੰਟੀਨ ਕਰਨ ਦੀ ਰਿਕੁਆਇਰਮੈਂਟ ਹੈ ਉਹ ਇਸ ਕਰਕੇ ਹੈਗੀ ਹੈ ਕਿ ਹੁਣ ਜਿਹੜੇ ਵੇਰੀਐਂਟਸ ਬਹੁਤ ਵੱਧ ਰਹੇ ਨੇ
ਬਹੁਤ ਦੇਸ਼ਾਂ ਦੇ ਵਿੱਚ ਜਿਹੜੀ ਕੋਵਿਡ ਦੀ ਵੱਖਰੀਆਂ ਕਿਸਮਾਂ ਨੇ ਉਹ ਫੈਲ ਰਹੀਆਂ ਨੇ ਤੇ ਉਹਨਾਂ ਨੂੰ ਰੋਕਣ ਵਾਸਤੇ ਜ਼ਰੂਰੀ ਸੀਗਾ ਕਿ ਲੋਕਾਂ ਨੂੰ ਡਿਸਕਰੇਜ ਕੀਤਾ ਜਾਵੇ ਕਿ ਤੁਸੀਂ ਟਰੈਵਲ ਨਾ ਕਰੋ। ਤੁਹਾਨੂੰ ਸ਼ਾਪਿੰਗ ਕਰਨ ਜਾਣਾ ਪੈਂਦਾ, ਗਰੋਸਰੀ ਲੈਣ ਜਾਣਾ ਪੈਂਦਾ, ਆਪਣੀ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਹਾਂ, ਜੇਕਰ ਤੁਸੀਂ ਬਾਹਰ ਹੁੰਦੇ ਹੋ ਤੁਹਾਡੀ ਡਿਸਟੈਂਸ ਹੈਗੀ ਆ ਉਹ ਵੱਖਰੀ ਗੱਲ ਆ, ਪਰ ਜਦੋਂ ਇਨਸਾਈਡ ਦੇ ਤੁਸੀਂ ਹੁੰਦੇ ਹੋ ਤਾਂ ਜ਼ਰੂਰ ਆਪਣੀ ਮਾਸਕ ਪਾ ਕੇ ਪਲੀਜ਼ ਆਪਣਾ ਬਣਦਾ ਯੋਗਦਾਨ ਪਾਓ। ਜਿਹੜਾ ਹੈਗਾ ਤੁਹਾਡਾ ਪੋਲੀਟੀਕਲ ਸਫ਼ਰ ਹੈ, ਅਗਾਂਹ ਤੁਸੀਂ ਕੀ ਕਰਨ ਬਾਰੇ ਸੋਚਦੇ ਹੋ? ਹਰਜੀਤ, ਇਸ ਬਾਰੇ ਮੈਂ ਹਲੇ ਨਹੀਂ ਸੋਚਿਆ, ਕੋਈ ਫੈਸਲਾ ਨਹੀਂ ਕੀਤਾ, ਪਰ ਆਪਣੇ ਐਡਮਿੰਟਨ ਦੇ ਵਿੱਚ ਬਹੁਤ ਲੋਕ ਇਹ ਚਾਹੁੰਦੇ ਆ ਕਿ ਫਿਰ ਜੋ ਯੋਗਦਾਨ ਮੈਂ ਪਹਿਲਾਂ ਪਾਉਂਦਾ ਰਿਹਾ ਉਸ ਤਰ੍ਹਾਂ ਦਾ ਯੋਗਦਾਨ ਫਿਰ ਪਾਵਾਂ, ਭਾਵੇਂ ਉਹ MP ਦੇ ਤੌਰ 'ਤੇ ਇਲੈਕਸ਼ਨ ਲੜਨੀ ਹੋਵੇ ਜਾਂ ਮੇਅਰ ਦੀ ਇਲੈਕਸ਼ਨ ਬਾਰੇ ਕਾਫੀ ਲੋਕਾਂ ਦੇ ਆ ਰਹੇ ਨੇ ਕੁਐਸਚਨ ਕਿ ਇਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਸੋ ਮੈਂ ਗੱਲਬਾਤ ਕਰ ਰਿਹਾ, ਲੋਕਾਂ ਦੀ ਸਲਾਹ ਲੈ ਰਿਹਾ ਤੇ ਉਹ ਸਲਾਹ ਮਸ਼ਵਰੇ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ ਕਿ ਅਗਲਾ ਕਦਮ ਕੀ ਹੋ ਸਕਦਾ। ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ, ਆਪਣੇ ਵਿਚਾਰ ਉਹਨਾਂ ਸਾਹਮਣੇ ਰੱਖੇ, ਕੋਵਿਡ ਬਾਰੇ ਗੱਲਾਂ ਬਾਤਾਂ ਕੀਤੀਆਂ, ਬਹੁਤ ਚੰਗਾ ਲੱਗਾ। ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ, ਭਵਿੱਖ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ। ਧੰਨਵਾਦ। ਥੈਂਕ ਯੂ ਹਰਜੀਤ, ਤੁਹਾਡਾ ਤੇ ਵਤਨ TV ਦਾ ਤੇ ਸਾਰਿਆਂ ਦਾ ਹੀ ਬਹੁਤ ਧੰਨਵਾਦ। ਇਹ ਸਨ ਅਮਰਜੀਤ ਸੋਈ ਹੁਣੀ, ਜਿਹੜੇ ਕਿ ਲਿਬਰਲ ਗਵਰਨਮੈਂਟ ਦੇ ਵਿੱਚ, ਟਰੂਡੋ ਸਾਹਿਬ ਦੀ ਗਵਰਨਮੈਂਟ ਦੇ ਵਿੱਚ ਇਨਫਰਾਸਟ੍ਰਕਚਰ ਮਿਨਿਸਟਰ ਰਹਿ ਚੁੱਕੇ ਨੇ, ਨੈਚੁਰਲ ਰਿਸੋਰਸਿਸ ਦੇ ਮਿਨਿਸਟਰ ਰਹਿ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕੀਤੀ, ਭਵਿੱਖ ਦੇ ਵਿੱਚ ਵੀ ਉਹਨਾਂ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਉਮੀਦ ਹੈ ਅੱਜ ਦੀ ਜਿਹੜੀ ਇੰਟਰਵਿਊ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਸਤਿ ਸ਼੍ਰੀ ਅਕਾਲ। Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. ਚੀਕਾਂ ਦੇ ਇਸ ਜੰਗਲ ਵਿੱਚ ਸਾਰਾ ਕੁਝ ਰਲਗੜ ਹੋਇਆ ਹੈ। ਨਾ ਆਪਣੀ ਚੀਕ ਪਛਾਣ ਹੋਵੇ, ਨਾ ਜੰਗਲ ਦਾ ਭੈ ਹਰ ਹੋਵੇ। ਕਿ ਗਾਲਦਿਆਂ ਇਹਨਾਂ ਬੂੜਾਂ ਨੂੰ, ਪਿੱਪਲਾਂ ਨੂੰ, ਬੁੱਢਿਆਂ ਰੁੱਖਾਂ ਨੂੰ, ਜਿਨ੍ਹਾਂ ਤੋਂ ਮਰੀਆਂ ਚਿੜੀਆਂ ਲਈ ਇੱਕ ਹੌਕਾ ਵੀ ਨਾ ਭਰ ਹੋਵੇ। ਇਹਨਾਂ ਆਪ ਬਣਾਈਆਂ ਛੱਤਾਂ ਦੀ ਹੁਣ ਮਿੱਟੀ ਸਿਰ ਵਿੱਚ ਘਿਰਦੀ ਹੈ। ਨਾ ਆਪਣਾ ਆਪ ਬਚਾ ਹੋਵੇ, ਨਾ ਚੁੱਪ ਕਰੀਤਿਆਂ ਸਰ ਹੋਵੇ। ਨਾ ਆਪਣਾ ਆਪ ਬਚਾ ਹੋਵੇ, ਨਾ ਚੁੱਪ ਕਰੀਤਿਆਂ ਸਰ ਹੋਵੇ। ਬਲਬੀਰ ਆਤਿਸ਼ ਹੁਣਾਂ ਦੀਆਂ ਹੀ ਲਿਖੀਆਂ ਨੇ ਸਤਰਾਂ ਦੇ ਨਾਲ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹਾਂਗਾ। ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਾ ਜ਼ਰੂਰ ਦੱਸਣਾ। ਐਡਮਿੰਟਨ ਸ਼ਹਿਰ ਦੇ ਵਿੱਚ ਸਾਡੇ ਸਟੂਡੀਓ ਦਾ ਫ਼ੋਨ ਨੰਬਰ 7802333100 ਤੇ ਈਮੇਲ ਐਡਰੈਸ watantvcanada@gmail.com। ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ। ਮੋਰਾਂ ਵਾਲੀ ਤੇਰੀ ਚਾਲ ਤੀ ਸ਼ਾਹੂਕਾਰ ਦੀ ਵਿਆਹ ਲਿਆਇਓ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ। ਕੈਂਠਾ ਤੇਰਾ ਵੇ ਮੱਲਾ ਸੂਮਣਾ। ਕੈਂਠਾ ਤੇਰਾ ਵੇ ਮੱਲਾ ਸੂਮਣਾ। ਸੂਮਣਾ ਸੱਜਦਾ ਧਾਗਿਆਂ ਦੇ ਨਾਲ, ਧਾਗਾ 1.5 ਤੇ 1000। ਮੈਂ ਬਲਹਾਰੀ ਵੇ ਮਾਂਧਿਆ ਸੁਰਜਣਾ। ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ। ਚੋਟ ਨਿਗਾਰਿਆਂ ਦੇ ਨਾਲ, ਵੱਜਦੇ ਵਾਜਿਆਂ ਦੇ ਨਾਲ, ਘਰ ਵੇ ਨਵਾਬਾਂ ਦੇ ਤੁਸਾਂ ਟੁਕਣਾ। ਟੁਕਣਾ ਮੋਰਾਂ ਵਾਲੀ ਤੇਰੀ ਚਾਲ ਤੀ ਸ਼ਾਹੂਕਾਰ।